ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 10 ਸ਼ਲੋਕ ਤੇ 10 ਪੌੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤਮਈ ਬਾਣੀ ਸੂਹੀ ਦੀ ਵਾਰ ਦੀਆਂ ਆਪ ਜੀ ਨੇ ਪਿੱਛੇ ਸਰਵਣ ਕੀਤੀਆਂ ਹਨ। 799 ਅੰਗ ਤੇ ਪਾਵਨ ਕਥਾ ਪਹੁੰਚੀ ਹੈ। ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਆਪਣੀਆਂ ਸੁਰਤੀਆਂ ਇਕਾਗਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ। ਸ਼ਲੋਕ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋ ਤਨ ਜਾਲ, ਆ ਜਿਹੜਾ ਤਨ ਹੈ ਇਹਦਾ ਅਭਿਮਾਨ, ਇਹਦਾ ਹੰਕਾਰ ਜਿਹੜਾ ਜਿਹਨੂੰ ਤਨ ਅਭਿਮਾਨੀ ਕਹਿੰਦੇ ਆ, ਤਨ ਅਭਿਮਾਨ। ਆਪਣੇ ਇਸ ਤਨ ਅਭਿਮਾਨ ਨੂੰ ਸਾੜ ਦੇ, ਜਾਲ ਕੇ ਸਵਾਹ ਕਰ ਦੇ। ਕਿਉਂਕਿ ਜਦੋਂ ਤੱਕ ਤਨ ਦਾ ਅਭਿਮਾਨ ਹੈ ਉਦੋਂ ਤੱਕ ਆਪਣੇ ਆਤਮ ਸਰੂਪ ਦਾ ਸਾਖਸ਼ਾਤਕਾਰ ਨਹੀਂ ਹੁੰਦਾ, ਕਿਉਂਕਿ ਸਰੀਰ ਤੇ ਹੀ ਧਿਆਨ ਕੇਂਦਰਿਤ ਹੈ। ਤਨ ਵੱਲ ਹੀ ਵੇਖ ਰਹੇ ਹਾਂ ਤੇ ਫਿਰ ਆਪਣੇ ਆਤਮ ਸਰੂਪ ਨੂੰ ਕਿੱਥੇ ਵੇਖਣਾ। ਇਸ ਕਰਕੇ ਗੁਰਦੇਵ ਕਹਿੰਦੇ ਜਿਹੜਾ ਇਹ ਤਨ ਅਭਿਮਾਨ ਹੈ ਇਹਨੂੰ ਬ੍ਰਹਮ ਗਿਆਨ ਦੀ ਅਗਨੀ ਵਿੱਚ ਸਾੜ ਦੇ। ਬ੍ਰਹਮ ਗਿਆਨ ਦੀ ਜਿਹੜੀ ਅਗਨੀ ਹੈ ਉਹਦੇ 'ਚ ਇਹਨੂੰ ਜਾਲ ਕੇ ਸਾੜ ਕੇ ਸਵਾਹ ਕਰ ਦੇ ਤਨ ਅਭਿਮਾਨ ਨੂੰ। ਕਿਉਂਕਿ ਇਸ ਤਨ ਅਭਿਮਾਨ ਨੇ ਹੀ ਪਾਰ ਬ੍ਰਹਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਵਿਸਾਰਿਆ ਹੋਇਆ। ਜਿਨ ਜਲਿਆ ਨਾਮ ਵਿਸਾਰਿਆ, ਇਸੇ ਤਨ ਅਭਿਮਾਨ ਨੇ ਹੀ, ਇਹ ਸੜਨ ਜੋਗੇ ਤਨ ਅਭਿਮਾਨ ਨੇ ਹੀ ਨਾਮ ਪਰਮੇਸ਼ਰ ਦਾ ਵਿਸਾਰਿਆ ਹੋਇਆ। ਇਸ ਕਰਕੇ ਆਪਣੇ ਇਸ ਤਨ ਅਭਿਮਾਨ ਨੂੰ ਬ੍ਰਹਮ ਗਿਆਨ ਦੀ ਅਗਨੀ ਵਿੱਚ ਸਾੜ ਕੇ ਸਵਾਹ ਕਰ ਦੇ। ਜਿਵੇਂ ਪਾਤਸ਼ਾਹ ਕਹਿੰਦੇ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਉੱਥੇ ਵੀ ਬੈਸੰਤਰ ਦਾ ਅਰਥ ਹੈ ਅੱਗ, ਬ੍ਰਹਮ ਗਿਆਨ ਦੀ ਅੱਗ। ਬ੍ਰਹਮ ਗਿਆਨ ਦੀ ਅਗਨੀ ਵਿੱਚ ਇਸ ਨੂੰ ਸਾੜਿਆ ਜਾ ਸਕਦਾ। ਜਦੋਂ ਬ੍ਰਹਮ ਦਾ ਸਾਖਸ਼ਾਤਕਾਰ ਹੁੰਦਾ ਹੈ ਤਾਂ ਉਸ ਵੇਲੇ ਤਨ ਅਭਿਮਾਨ ਵਿਸਰਦਾ ਤੇ ਬ੍ਰਹਮ ਗਿਆਨ ਤਦੇ ਹੋ ਸਕਦਾ ਜਦੋਂ ਇਸ ਸਰੀਰ ਤੋਂ ਪਰੇ ਉਸ ਬ੍ਰਹਮ ਨੂੰ ਵੇਖਣ ਦੀ ਜਗਿਆਸਾ ਜਾਗੇਗੀ। ਜਦੋਂ ਤੱਕ ਇਸ ਸਰੀਰ ਨਾਲ ਹੀ ਜੁੜੇ ਹੋਏ ਹਾਂ ਉਦੋਂ ਤੱਕ ਆਤਮਾ ਦਾ ਸਰੂਪ ਕਿੱਥੇ ਸਾਖਸ਼ਾਤਕਾਰ ਹੋਣਾ ਹੈ। ਇਹ ਸਰੀਰ ਦੇ 5 ਪਰਦੇ ਹਨ, 5 ਪਰਦਿਆਂ ਤੋਂ ਪਰੇ ਆਤਮਾ ਦਾ ਸਰੂਪ ਹੈ। 3 ਦਹੀਆਂ ਮੰਨੀਆਂ ਹਨ ਮਹਾਂਪੁਰਸ਼ਾਂ ਨੇ, ਉਹਨਾਂ 3 ਦਹੀਆਂ ਤੋਂ ਪਰੇ ਸਥੂਲ ਸੂਖਮ ਤੇ ਕਾਰਨ ਤੋਂ ਪਰੇ ਆਤਮਾ ਦਾ ਸਰੂਪ ਹੈ। ਇਸ ਕਰਕੇ ਪਹਿਲਾਂ ਇਸ ਤਨ ਅਭਿਮਾਨ ਨੂੰ ਨਿਰਵਾਰਨਾ ਪਵੇਗਾ ਕਿ ਮੈਂ ਅੰਨਮय ਕੋਸ਼ ਨਹੀਂ ਹਾਂ, ਇਹ ਮੇਰਾ ਨਹੀਂ ਹੈ, ਮੈਂ ਇਸ ਦਾ ਸਾਖੀ, ਇਹਦੇ ਤੋਂ ਨਿਆਰਾ ਹਾਂ। ਫਿਰ ਮੈਂ ਪ੍ਰਾਣਮय ਕੋਸ਼ ਵੀ ਨਹੀਂ ਹਾਂ, ਇਹਦੇ ਤੋਂ ਨਿਆਰਾ, ਇਸ ਨੂੰ ਵੇਖਣ ਵਾਲਾ, ਇਸ ਦਾ ਸਾਖੀ ਦ੍ਰਿਸ਼ਟਾ ਹਾਂ। ਫਿਰ ਮੈਂ ਮਨੋਮय ਕੋਸ਼ ਵੀ ਨਹੀਂ ਹਾਂ, ਮੈਂ ਇਸ ਨੂੰ ਵੇਖਣ ਵਾਲਾ, ਇਸ ਦਾ ਦ੍ਰਿਸ਼ਟਾ, ਇਸ ਤੋਂ ਨਿਆਰਾ ਹਾਂ। ਫਿਰ ਮੈਂ ਵਿਗਿਆਨਮय ਕੋਸ਼ ਵੀ ਨਹੀਂ ਹਾਂ, ਇਸ ਤੋਂ ਨਿਆਰਾ, ਇਸ ਨੂੰ ਵੇਖਣ ਵਾਲਾ, ਇਸ ਦਾ ਦ੍ਰਿਸ਼ਟਾ ਹਾਂ। ਫਿਰ ਆਨੰਦਮय ਕੋਸ਼ ਹੈ 5ਵਾਂ, ਮੈਂ ਉਹ ਵੀ ਨਹੀਂ ਹਾਂ, ਉਸ ਨੂੰ ਵੇਖਣ ਵਾਲਾ, ਉਸ ਨੂੰ ਜਾਣਨ ਵਾਲਾ, ਉਸ ਦਾ ਸਾਖੀ, ਉਸ ਤੋਂ ਨਿਆਰਾ ਹਾਂ। ਇਹ ਸਥੂਲ ਸਰੀਰ ਮੇਰਾ ਨਹੀਂ ਔਰ ਮੈਂ ਇਹ ਨਹੀਂ ਹਾਂ, ਮੈਂ ਇਸ ਨੂੰ ਵੇਖਣ ਵਾਲਾ, ਇਸ ਵਿੱਚ ਰਹਿਣ ਵਾਲਾ, ਇਸ ਤੋਂ ਨਿਆਰਾ ਹਾਂ। ਫਿਰ ਅੱਗੇ ਸੂਖਸ਼ਮ ਸਰੀਰ ਆਉਂਦਾ ਹੈ, 17 ਤੱਤਾਂ ਦਾ ਬਣਿਆ ਹੋਇਆ, ਮੈਂ ਸੂਖਸ਼ਮ ਸਰੀਰ ਵੀ ਨਹੀਂ ਹਾਂ, ਉਸ ਤੋਂ ਨਿਆਰਾ, ਉਸ ਨੂੰ ਵੇਖਣ ਵਾਲਾ, ਉਸ ਦਾ ਦ੍ਰਿਸ਼ਟਾ ਹਾਂ।
ਫਿਰ ਅੰਦਰ ਕਾਰਨ ਸਰੀਰ ਜਿਸ ਨੂੰ ਅਵਿਦਿਆ ਕਹਿੰਦੇ ਨੇ, ਮੈਂ ਉਹ ਵੀ ਨਹੀਂ ਹਾਂ, ਉਸ ਨੂੰ ਵੇਖਣ ਵਾਲਾ ਉਸ ਤੋਂ ਨਿਆਰਾ ਹਾਂ, ਜਿਸ ਨੂੰ ਮੈਂ ਜਾਣਦਾ ਹਾਂ ਉਹ ਹੈ ਮੇਰਾ ਸਵਰੂਪ, ਜਿਸ ਨੂੰ ਆਤਮਾ ਕਿਹਾ ਹੈ। ਜਦੋਂ ਉਸ ਆਤਮਾ ਦਾ ਸਵਰੂਪ ਉਹ ਗਿਆਨ ਦੀ ਅਗਨੀ ਪ੍ਰਜਵਲਿਤ ਹੁੰਦੀ ਹੈ ਤਾਂ ਫਿਰ ਇਹ ਸਾਰੇ ਅਭਿਮਾਨ ਹਿਰਦੇ ਚੋਂ ਨਿਰਵਿਰਤ ਹੋ ਜਾਂਦੇ ਹਨ। ਪਾਤਸ਼ਾਹ ਕਹਿੰਦੇ ਇਸ ਤਨ ਨੂੰ ਜਾਲ, ਇਸ ਤਨ ਅਭਿਮਾਨ ਨੂੰ ਜਾਲ, ਜਿਸ ਨੇ ਜੜ ਸੜਨ ਜੋਗੇ ਨੇ ਰੱਬ ਦਾ ਨਾਮ ਵਿਸਾਰਿਆ ਹੋਇਆ ਹੈ। ਹਾਂਜੀ। ਪੌਦੀ ਜਾਏ ਪਰਾਲ, ਪਿੱਛੇ ਹੱਥ ਨਾ ਅੰਬੜੈ, ਤਿਤ ਨਿਵੰਧੈ ਤਾਲ। ਕਹਿੰਦੇ ਜਿਵੇਂ ਕੋਈ ਤਾਲ ਹੁੰਦਾ ਨਾ ਪਾਣੀ ਦਾ, ਉਹਦੇ ਉੱਤੇ ਪਰਾਲੀ ਪੈਂਦੀ ਜਾਵੇ, ਮਿੱਟੀ ਘੱਟਾ ਪੈਂਦਾ ਜਾਵੇ, ਜਾਲਾ ਜੰਮਦਾ ਜਾਵੇ, ਉਹ ਪਾਣੀ ਥੱਲੇ ਹੋਰ ਡੂੰਘਾ ਹੁੰਦਾ ਚੱਲਿਆ ਜਾਂਦਾ ਤੇ ਜਾਲਾ ਉੱਤੇ ਜੰਮ ਕੇ, ਪਰਾਲੀ ਉੱਤੇ ਜੰਮ ਕੇ ਉੱਤੇ ਹੁੰਦੀ ਉਹ ਫਿਰ ਉਹਦੇ ਤੱਕ ਹੱਥ ਨਹੀਂ ਪਹੁੰਚਦਾ ਪਾਣੀ ਤਾਈਂ। ਪਾਤਸ਼ਾਹ ਕਹਿੰਦੇ ਤੇਰਾ ਜਿਹੜਾ ਮਨ ਹੈ ਨਾ, ਇਹ ਜਾਲ ਹੈ, ਉਹਦੇ ਤੇ ਪਾਪ ਕਰਮਾਂ ਦੀ ਪਰਾਲੀ ਪੈਂਦੀ ਜਾ ਰਹੀ ਹੈ। ਉਹ ਪਾਪ ਕਰਮਾਂ ਦੀ ਪਰਾਲੀ ਪੈਂਦੀ ਜਾ ਰਹੀ ਹੈ, ਮੁੜ ਕੇ ਤੇਰਾ ਹੱਥ ਨਹੀਂ ਉੱਥੇ ਪਹੁੰਚਣਾ। ਉਹ ਪਾਪ ਕਰਮਾਂ ਦੀ ਪਰਾਲੀ ਇੰਨੀ ਜੰਮ ਜਾਏ ਕਿ ਤੈਨੂੰ ਉਸ ਮਨ ਨੂੰ ਕਾਬੂ ਕਰਨਾ ਔਖਾ ਹੋ ਜਾਏ। ਇਸ ਕਰਕੇ ਪਹਿਲਾਂ ਹੀ ਉਸ ਮਨ ਨੂੰ ਕਾਬੂ ਕਰਨ ਦਾ, ਹੱਥ ਵਿੱਚ ਫੜਨ ਦਾ ਯਤਨ ਕਰ, ਮਨ ਨੂੰ ਇਕਾਗਰ ਕਰਨ ਦਾ ਯਤਨ ਕਰ। ਮਨ ਦੀ ਇਕਾਗਰਤਾ ਸਿਮਰਨ ਦੁਆਰਾ ਹੁੰਦੀ ਹੈ। ਗੁਰੂ ਖਾਲਸਾ ਜੀ, ਅਸੀਂ ਕਹਿੰਦੇ ਹਾਂ ਸਿਮਰਨ ਵਿੱਚ ਬੈਠੀਏ ਮਨ 'ਚ ਫੁਰਨੇ ਆਉਂਦੇ ਹਨ। ਸਿਮਰਨ ਤੋਂ ਪਹਿਲਾਂ ਵੀ ਮਨ 'ਚ ਫੁਰਨੇ ਹੁੰਦੇ ਨੇ, ਉਦੋਂ ਨਜ਼ਰ ਨਹੀਂ ਆਉਂਦੇ। ਜਦੋਂ ਸਿਮਰਨ ਕਰਨ ਲੱਗਦੇ ਆ ਫਿਰ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਫੁਰਨੇ ਜਦੋਂ ਦਿਸਣ ਲੱਗ ਪੈਣ, ਉਹਨਾਂ ਫੁਰਨਿਆਂ ਨੂੰ ਸ਼ਾਂਤ ਕਰਕੇ ਮੁੜ ਕੇ ਮਨ ਨੂੰ ਸਿਮਰਨ ਵਿੱਚ ਲਾਉਣਾ, ਸ਼ਬਦ ਵਿੱਚ ਲਾਉਣਾ। ਮਨ ਫਿਰ ਜਾਵੇਗਾ, ਫਿਰ ਮੋੜ ਕੇ ਲਿਆਓ, ਫਿਰ ਜਾਵੇਗਾ, ਫਿਰ ਮੋੜ ਕੇ ਲਿਆਓ। ਅਖੀਰ ਨੂੰ ਮਨ ਇਤਨਾ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ ਕਿ ਸਿਮਰਨ ਤੋਂ ਬਿਨਾਂ ਇਹਨੂੰ ਕੁਝ ਹੋਰ ਸੁਝਣਾ ਹੀ ਨਹੀਂ। ਪਰ ਅਸੀਂ ਤਾਂ ਇੰਨਾ ਯਤਨ ਕਰ ਹੀ ਨਹੀਂ ਪਾਉਂਦੇ। ਪਹਿਲਾਂ ਹੀ ਕਾਇਰਤਾ ਵਾਂਗੂ ਕਾਇਰ ਬਣ ਕੇ, ਗੀਦੀ ਬਣ ਕੇ, ਬੁਜਦਲ ਬਣ ਕੇ ਭੱਜ ਨੱਠਦੇ ਆ ਜੀ। ਮਨ ਨਹੀਂ ਟਿਕਦਾ ਸਾਡਾ, ਬਾਣੀ ਪੜ੍ਹਦੇ ਆ, ਭਜਨ ਕਰਦੇ ਆ। ਅੱਜ ਪੜ੍ਹਨ ਲੱਗੇ ਹੋ, ਅੱਜ ਹੀ ਟਿਕ ਜਾਏਗਾ? ਸਮਾਂ ਤਾਂ ਲੱਗਣਾ ਹੈ ਨਾ, ਸਮਾਂ ਤਾਂ ਚਾਹੀਦਾ ਹੈ ਨਾ। ਕੋਈ ਵੱਡਾ ਕੰਮ ਕਰਨਾ ਹੋਵੇ, ਵੱਡਾ ਕਾਰਜ ਕਰਨਾ ਹੋਵੇ, ਉਹਦੇ ਲਈ ਵੱਡੀ ਤਿਆਰੀ ਕਰਨੀ ਪੈਂਦੀ, ਉਹਦੇ ਲਈ ਸਮਾਂ ਵੀ ਵੱਡਾ ਲੱਗਦਾ ਹੈ। ਇਸ ਕਰਕੇ ਮਨ ਨੂੰ ਕਾਬੂ ਕਰਨ ਵਾਸਤੇ ਵੀ ਤਾਂ ਸ਼ਬਦ ਦੀ ਕਮਾਈ ਵੱਡੇ ਤਰੀਕੇ ਨਾਲ ਕਰਨੀ ਪੈਣੀ ਹੈ, ਕੁਝ ਸਮਾਂ ਦੇਣਾ ਪੈਣਾ। ਇਕਾਗਰਤਾ ਇਸ ਨੂੰ ਕਹਿੰਦੇ ਹਨ। ਜਿਵੇਂ ਜਿਵੇਂ ਮਨ ਦੀ ਇਕਾਗਰਤਾ ਹੁੰਦੀ ਚਲੀ ਜਾਂਦੀ ਹੈ, ਤਿਵੇਂ ਫਿਰ ਆਪਣੇ ਨਿਜ ਸਰੂਪ ਦਾ ਸਬੋਧ ਪ੍ਰਾਪਤ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪਾਪਾਂ ਦੀ ਮੈਲ ਦੀ ਪਰਾਲੀ ਤੇਰੇ ਮਨ ਤੇ ਪਈ ਜਾਂਦੀ ਹੈ ਬਈ ਰੋਜ਼ ਹੀ। ਬਹੁਤ ਸਾਰੇ ਪਾਪ ਕਰਮ ਤਾਂ ਕਰਦਾ ਚੱਲਿਆ ਜਾਣਾ ਤੇ ਉਹ ਅੰਦਰ ਹੀ ਪੈ ਰਹੀ ਹੈ ਨਾ ਪਰਾਲੀ ਸਾਰੀ, ਇਸ ਮਨ ਰੂਪੀ ਜਲ ਤੇ। ਮਨ ਤਾਂ ਨਿਰਮਲ ਸੀ, ਪਰ ਇਹਨੇ ਉੱਤੇ ਪਾਪ ਕਰਮਾਂ ਦੀ ਪਾਪ ਆ ਕੇ ਪਰਾਲੀ ਉਸ ਮਨ ਨੂੰ ਢੱਕ ਦਿੱਤਾ ਹੈ। ਫਿਰ ਤੇਰਾ ਹੱਥ ਨਹੀਂ ਪਹੁੰਚਣਾ ਉੱਥੇ ਜਦੋਂ ਇੰਨਾ ਨੀਵਾਂ ਹੋ ਗਿਆ, ਡੂੰਘਾ ਹੋ ਗਿਆ। ਇਸ ਕਰਕੇ ਹੁਣੇ ਸਮਾਂ ਕਿ ਆਪਣੇ ਉਸ ਮਨ ਨੂੰ ਕਾਬੂ ਕਰ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿਟਿਆ, ਗਣਤ ਨਾ ਆਵਹੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਅੱਗੇ ਏਦਾਂ ਬੇਨਤੀ ਕਰੋ, ਹੇ ਵਾਹਿਗੁਰੂ, ਮੇਰੇ ਮਨ ਨੇ ਇਹੋ ਜਿਹੇ ਫਿੱਟੇ ਭੈੜੇ ਕਰਮ ਕੀਤੇ ਨੇ, ਮਾੜੇ ਕਰਮ ਕੀਤੇ ਨੇ। ਫਿੱਟਿਆ ਦਾ ਮਤਲਬ ਹੈ ਵੀ ਭੈੜੇ ਮਾੜੇ ਪਾਪ ਕਰਮ। ਜੇ ਮੈਂ ਉਹਨਾਂ ਦੀ ਗਿਣਤੀ ਕਰਨ ਲੱਗਾ ਤੇ ਵਾਹਿਗੁਰੂ ਉਹ ਗਿਣੇ ਨਹੀਂ ਜਾ ਸਕਦੇ। ਮੈਂ ਕਿੰਨੇ ਕੁ ਮਾੜੇ ਕੰਮ ਕੀਤੇ ਹੈ। ਮੇਰੇ ਇਸ ਮਨ ਨੇ ਕਿੰਨੇ ਕੋਝੇ ਕੰਮ ਕੀਤੇ ਆ, ਕਿੰਨੇ ਮਾੜੇ ਫੁਰਨੇ ਕੀਤੇ ਆ, ਕਿੰਨੇ ਮਾੜੇ ਸੰਕਲਪ ਕੀਤੇ ਆ। ਹੇ ਵਾਹਿਗੁਰੂ, ਜੇ ਮੈਂ ਗਿਣਤੀ ਕਰਨ ਲੱਗਾ ਤੇ ਉਹ ਗਿਣੇ ਨਹੀਂ ਜਾਣੇ। ਗਣਤ ਨਾ ਆਵਹੀ, ਉਹ ਗਣੇ ਨਹੀਂ ਜਾ ਸਕਦੇ। ਕਿੰਨੇ ਕੁ ਗਿਣਾਂਗੇ? ਜਦੋਂ ਸਾਡੇ ਮਨ 'ਚ ਕੋਈ ਮਾੜਾ ਫੁਰਨਾ ਫੁਰਦਾ ਹੈ, ਉਹ ਫੁਰਨੇ ਸਾਨੂੰ ਕਿੰਨਾ ਕੁ ਚਿਰ ਚੇਤੇ ਰਹਿੰਦੇ ਆ।
ਪਲ ਪਲ ਬਾਅਦ ਤਾਂ ਫੁਰਨੇ ਬਦਲਦੇ ਨੇ, ਉਹ ਸਾਰੇ ਪਾਪ ਕਰਮ ਹੀ ਨੇ ਨਾ। ਜਿੰਨੇ ਪਾਪ ਅਸੀਂ ਤਨ ਕਰਕੇ ਕਰਦੇ ਹਾਂ, ਮਨ ਕਰਕੇ ਕਰਦੇ ਹਾਂ, ਬਚਨ ਕਰਕੇ ਕਰਦੇ ਹਾਂ, ਪਾਪ ਇੱਕ ਪ੍ਰਕਾਰ ਦਾ ਥੋੜੀ ਹੈ। ਹੇ ਵਾਹਿਗੁਰੂ, ਇੰਨੇ ਫਿੱਟੇ ਭੈੜੇ ਕੰਮ ਮੇਰੇ ਸਮਾਨ ਨੇ ਕੀਤੇ ਹਨ ਕਿ ਮੈਂ ਉਹਨਾਂ ਨੂੰ ਗਿਣ ਕੇ ਨਹੀਂ ਦੱਸ ਸਕਦਾ। ਜੇ ਗਿਣਨਾ ਚਾਹਾਂ ਤਾਂ ਹੇ ਦਾਤਾ ਜੀ ਉਹ ਗਿਣੇ ਨਹੀਂ ਜਾ ਸਕਦੇ। ਕਿਤੀ ਲਾਹਾਂ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ। ਏ ਵਾਹਿਗੁਰੂ, ਮੈਂ ਕਿਵੇਂ ਸਹਾਂਗਾ ਉਸ ਜੰਮਾਂ ਦੇ ਧੱਕਿਆਂ ਨੂੰ। ਉਹ ਨਹੀਂ ਸਹੇ ਜਾਂਦੇ, ਜਦੋਂ ਪਾਪ ਕਰਮਾਂ ਦਾ ਫਲ ਭੋਗਣਾ ਪੈਂਦਾ ਉਹ ਸਹੇ ਨਹੀਂ ਜਾਂਦੇ, ਬਰਦਾਸ਼ਤ ਨਹੀਂ ਹੁੰਦੇ। ਇਸ ਕਰਕੇ ਦਾਤਾ ਜੀ ਜੇ ਤੁਸੀਂ ਬਖਸ਼ ਲਓ ਮੇਰੇ ਗੁਨਾਹਾਂ ਨੂੰ ਤਾਂ ਫਿਰ ਮੈਨੂੰ ਧੱਕੇ ਨਹੀਂ ਖਾਣੇ ਪੈਣੇ। ਜੇ ਤੂੰ ਬਖਸ਼ ਲਵੇਂ ਫਿਰ ਮੈਨੂੰ ਧੱਕੇ ਨਹੀਂ ਖਾਣੇ ਪੈਣੇ। ਮੈਂ ਗੁਨਾਹਗਾਰ ਹਾਂ, ਅਪਰਾਧੀ ਹਾਂ, ਮੇਰੇ ਔਗਣਾਂ ਦੀ ਗਿਣਤੀ ਨਹੀਂ, ਮੇਰੇ ਪਾਪਾਂ ਦੀ ਗਿਣਤੀ ਨਹੀਂ। ਜੇ ਉਹਨਾਂ ਪਾਪਾਂ ਕਰਕੇ ਮੈਨੂੰ ਸਜ਼ਾ ਮਿਲਣ ਲੱਗੀ ਮੈਂ ਕਿੰਨਾ ਕੁ ਬਰਦਾਸ਼ਤ ਕਰਾਂਗਾ, ਨਹੀਂ ਹੋਣਾ ਬਰਦਾਸ਼ਤ। ਪਰ ਹੇ ਦਾਤਿਆ, ਜੇ ਤੈਂ ਬਖਸ਼ ਲਵੇਂ, ਜੇ ਤੁਸੀਂ ਬਖਸ਼ ਲੋ ਬਖਸ਼ੰਦ ਸਾਹਿਬ ਜੀ, ਤੇ ਤੁਹਾਡੇ ਬਖਸ਼ਿਆਂ ਹੋਇਆਂ ਨੂੰ ਧੱਕੇ ਨਹੀਂ ਖਾਣੇ ਪੈਂਦੇ। ਜਾਂ ਬਖਸ਼ੇ ਤਾਂ ਧੱਕਾ ਨਹੀਂ, ਜਿਹੜੇ ਤੁਹਾਡੇ ਬਖਸ਼ੇ ਹੋਏ ਨੇ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਂਦੇ। ਮਹਾਰਾਜ ਕਿਰਪਾ ਕਰੋ, ਸਾਡੀਆਂ ਖਾਮੀਆਂ, ਸਾਡੇ ਗੁਨਾਹ ਕਿਰਪਾ ਕਰਕੇ ਬਖਸ਼ ਲਵੋ। ਪੌੜੀ ਸੱਚਾ ਅੰਮ੍ਰਿਤ ਚਲਾਇਓਨ ਕਰ ਸੱਚ ਫੁਰਮਾਨ। ਪੌੜੀ ਮਹਾਰਾਜ ਤੀਸਰੇ ਗੁਰਦੇਵ ਜੀ ਉਚਾਰਨ ਕਰ ਰਹੇ ਹਨ। ਪਰਮੇਸ਼ਰ ਦਾ ਅਮਰ ਸੱਚਾ ਹੈ। ਸੱਚਾ ਅਮਰ, ਅਮਰ ਦਾ ਮਤਲਬ ਹੁਕਮ। ਉਹਦਾ ਹੁਕਮ ਸੱਚਾ ਹੈ, ਉਹਨੇ ਉਹ ਸੱਚਾ ਹੁਕਮ ਚਲਾਉਣਾ ਹੈ ਆਪਣਾ। ਔਰ ਉਸ ਦਾ ਜੋ ਫਰਮਾਨ ਜਾਰੀ ਹੋ ਗਿਆ ਸੰਸਾਰ ਦੇ ਜੀਆਂ ਪ੍ਰਤੀ ਉਹ ਵੀ ਸੱਚ ਹੈ। ਸਦਾ ਨਿਹਚਲ ਰਾਵ ਰਹਾ ਸੋ ਪੁਰਖ ਸੁਜਾਨ। ਉਹ ਪੁਰਖ ਜੋ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ, ਉਹ ਸਦਾ ਨਿਹਚਲ ਹੈ, ਉਹ ਕਦੇ ਚਲਾਏ ਮਾਨ ਨਹੀਂ ਹੁੰਦਾ, ਉਹ ਸਦਾ ਸਤ ਤੇ ਸदैवी ਹੈ। ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ। ਗੁਰੂ ਦੀ ਕਿਰਪਾ ਨਾਲ ਸੱਚੇ ਨੂੰ ਸੇਵੀਦਾ ਹੈ ਤੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਸਾਹਿਬ ਦੇ ਸ਼ਬਦ ਦਾ ਨਿਸ਼ਾਨ ਪ੍ਰਵਾਨਗੀ ਪੈ ਜਾਂਦੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹਨ। ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ। ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਰੰਗ ਮਾਣਿਆ, ਉਹਨਾਂ ਦਾ ਪੂਰਾ ਥਾਟ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਬਣਾ ਦਿੱਤਾ ਹੈ। ਪੂਰਾ ਥਾਟ ਬਣਾਇਆ, ਉਹਨਾਂ ਦੇ ਥਾਟ ਬਣਾ ਦਿੱਤੇ ਨੇ ਪਰਮੇਸ਼ਰ ਨੇ। ਕਹਿੰਦੇ ਆ ਨਾ ਵੀ ਫਲਾਣੇ ਦੇ ਤਾਂ ਥਾਟ ਬਾਟ ਨੇ, ਕਹਿੰਦੇ ਉਹਨਾਂ ਦੇ ਪੂਰੇ ਥਾਟ ਬਣਾ ਦਿੱਤੇ ਪਰਮੇਸ਼ਰ ਨੇ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਮਾਣਿਆ ਗੁਰੂ ਦੀ ਮੱਤ ਲੈ ਕੇ। ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ। ਪਰਮੇਸ਼ਰ ਅਗੰਮ ਹੈ, ਅਗੋਚਰ ਹੈ, ਅਲਖ ਹੈ। ਗੁਰੂ ਦੇ ਮੁਖ ਦੁਆਰਾ ਉਸ ਨੂੰ ਜਾਣਿਆ ਜਾਂਦਾ। ਜਿਹੜੇ ਗੁਰਮੁਖ ਨੇ ਉਹੀ ਉਹਨੂੰ ਜਾਣਦੇ ਹਨ। ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਦੇ ਨੇ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਬਦਰਾ 1000 ਰੁਪਈਆਂ ਦੀ ਥੈਲੀ ਹੁੰਦੀ ਹੈ ਤੇ 1000 ਦੀਆਂ 10 ਥੈਲੀਆਂ ਹੋਣ ਤਾਂ ਉਹਦਾ ਇੱਕ ਬਦਰਾ ਬਣਦਾ ਹੈ। ਉਹਨੂੰ ਕਹਿੰਦੇ ਬਦਰਾ। ਯਾਨੀ ਕਿ 10,000 ਰੁਪਏ ਦਾ ਇਕੱਠ ਹੋਵੇ, ਥੈਲੀ ਹੋਵੇ। ਕਿਉਂਕਿ ਜਿਹੜੇ ਰੁਪਈਏ ਹਨ ਇਹ ਬੜੇ ਪੁਰਾਣੇ ਸਮੇਂ ਤੋਂ ਚੱਲੇ, ਈਸ਼ਾ ਤੋਂ ਵੀ ਪਹਿਲਾਂ ਚੱਲੇ। ਈਸਾ ਜਿਹੜਾ ਈਸਵੀ ਦਾ ਸਾਲ ਚੱਲ ਰਿਹਾ, ਇਹਦੇ ਤੋਂ ਵੀ ਪਹਿਲਾਂ ਰੁਪਈਏ ਚੱਲ ਪਏ ਸਨ। ਤਦੇ ਗੁਰੂ ਨਾਨਕ ਸਾਹਿਬ ਨੇ ਵੀ 20 ਰੁਪਈਆਂ ਦਾ ਲੰਗਰ ਲਾਇਆ ਸੀ ਨਾ। ਰੂਪਾ ਸ਼ਬਦ ਆਉਂਦਾ ਗੁਰਬਾਣੀ ਚ, ਰੂਪਾ ਆਉਂਦਾ ਨਾ। ਰੂਪਾ ਦਾ ਮਤਲਬ ਹੁੰਦਾ ਚਾਂਦੀ। ਜਿਹੜਾ ਚਾਂਦੀ ਤੋਂ ਬਣੇ ਉਹਨੂੰ ਰੁਪਈਆ, ਰੂਪਾ ਤੋਂ ਰੁਪਏ ਬਣਿਆ। ਇਹ ਅੰਗਰੇਜ਼ੀ ਦਾ ਸ਼ਬਦ ਨਹੀਂ ਹੈ,
ਅੰਗਰੇਜ਼ੀ ਵਾਲਿਆਂ ਨੇ ਇੱਥੋਂ ਕਾਪੀ ਕੀਤਾ ਹੋਣਾ, ਰੁਪੀਸ ਕਹਿ ਦਿੱਤਾ ਉਹਨਾਂ ਨੇ, ਪਰ ਪੁਰਾਤਨ ਸ਼ਬਦ ਜਿਹੜਾ ਚਾਂਦੀ ਨੂੰ ਰੂਪਾ ਕਹਿ ਕੇ ਬੁਲਾਇਆ ਜਾਂਦਾ ਹੈ, ਉੱਥੋਂ ਰੁਪਈਏ ਬਣਿਆ। 1000 ਰੁਪਈਏ ਦੀ ਥੈਲੀ ਹੁੰਦੀ ਹੈ ਤੇ 10,000 ਰੁਪਈਏ ਦਾ ਇੱਕ ਬਦਰਾ ਹੁੰਦਾ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਉਸ ਬਦਰੇ ਦੀ ਇੱਥੇ ਵਰਤੋਂ ਕਰ ਰਹੇ ਨੇ ਕਿ ਜੀਵ ਦੇ ਪਾਪ ਤੇ ਪੁੰਨ ਕਰਮਾਂ ਰੂਪੀ ਥੈਲੀਆਂ, ਬਦਰਾ ਇਕੱਠਾ ਕਰਕੇ ਜਿੰਨੇ ਜੀਵ ਨੇ ਪਾਪ ਕੀਤੇ ਨੇ, ਪੁੰਨ ਕੀਤੇ ਨੇ, ਉਹ ਜੰਮਾ ਨੇ ਧਰਮਰਾਜੇ ਦੀ ਕਚਹਿਰੀ 'ਚ ਜਾ ਕੇ ਰੱਖ ਦਿੱਤਾ ਵੀ ਆਹ ਇਹਦੇ ਪਾਪ ਪੁੰਨਾਂ ਦਾ ਬਦਰਾ ਹੈ, ਵੀ ਆਹ ਇਹਨੇ ਪਾਪ ਪੁੰਨ ਕਰਮ ਕੀਤੇ ਹੈ, ਇਹਨੇ ਪਾਪ ਕੀਤੇ, ਇਹਨੇ ਪੁੰਨ ਕੀਤੇ ਹੈ, ਵੀ ਕਰੋ ਇਹਦਾ ਲੇਖਾ ਜੋਖਾ, ਕਰੋ ਇਹਦਾ ਹਿਸਾਬ ਕਿਤਾਬ। ਚਲੋ ਇੱਥੇ ਤਾਂ ਉਹ ਬਦਰਾ 10,000 ਨੂੰ ਹੀ ਕਹਿੰਦੇ ਆ, ਕਹਿੰਦੇ ਉੱਥੇ ਪਤਾ ਨਹੀਂ ਕਿੰਨੀ ਕੁ ਗਿਣਤੀ ਦੇ ਬਦਰੇ ਜਿਹੜੇ ਨੇ ਉਹ ਲਿਆ ਕੇ ਧਰ ਦਿੱਤੇ ਧਰਮਰਾਜੇ ਦੀ ਕਚਹਿਰੀ ਵਿੱਚ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ, ਉਹ ਧਰਮਰਾਜੇ ਦੀ ਕਚਹਿਰੀ ਦੇ ਵਿੱਚ ਲਿਆ ਕੇ ਰੱਖ ਦਿੱਤਾ ਜੰਮਾ ਨੇ। ਖੋਟੇ ਖਰੇ ਪਰਖੀਆਂ ਸਾਹਿਬ ਕੈ ਦੀਵਾਨ। ਫਿਰ ਉਸ ਸਾਹਿਬ ਦੇ ਦਰਬਾਰ ਦੇ ਵਿੱਚ ਪਰਖੇ ਜਾਣ ਲੱਗ ਪਏ ਵੀ ਵੇਖੋ ਹੁਣ ਇਹਦੇ ਵਿੱਚੋਂ ਖੋਟੇ ਕਰਮ ਕਿੰਨੇ ਕੀਤੇ ਸੀ। ਰੁਪਈਆਂ ਵਿੱਚ ਖੋਟੇ ਰੁਪਈਏ ਵੀ ਹੁੰਦੇ ਆ ਨਾ ਤੇ ਖਰੇ ਵੀ ਹੁੰਦੇ ਆ, ਵੀ ਜਿੰਨੇ ਖੋਟੇ ਕਰਮ ਕੀਤੇ ਆ ਉਹ ਵੀ ਵੇਖੋ ਇਹਦੇ, ਤੇ ਜਿੰਨੇ ਖਰੇ ਕਰਮ ਕੀਤੇ ਆ ਚੰਗੇ ਉਹ ਵੀ ਵੇਖੋ, ਦੋਵੇਂ ਵੇਖੇ ਜਾਂਦੇ ਨੇ। ਤੇ ਖੋਟੇ ਹੀ ਬਹੁਤੇ ਨਿਕਲਦੇ ਆ, ਖਰੇ ਤਾਂ ਕੋਈ ਬਿਰਲਾ ਹੀ ਹੁੰਦਾ ਕਰਮ। ਹਿਸਾਬ ਕਿਤਾਬ ਹੋਣਾ ਖੋਟੇ ਖਰੇ ਕਰਮਾਂ ਦਾ, ਪਾਪ ਤੇ ਪੁੰਨ ਕਰਮਾਂ ਦਾ। ਕਹਿੰਦੇ ਫਿਰ ਖੋਟੇ ਤੇ ਖਰੇ ਦੋਵੇਂ ਪਰਖੇ ਜਾਂਦੇ ਨੇ ਉਸ ਸਾਹਿਬ ਦੇ ਦੀਵਾਨ ਵਿੱਚ, ਦਰਬਾਰ ਵਿੱਚ। ਤੇਰੇ ਜੀਵ ਤਦੇ ਛੁੱਟਦਾ ਜੇ ਪਰਮੇਸ਼ਰ ਦੇ ਭਜਨ ਨਾਲ ਜੁੜਿਆ ਹੋਵੇਗਾ, ਨਿਰੰਕਾਰ ਦੇ ਨਾਮ ਨਾਲ ਜੁੜਿਆ ਹੋਵੇਗਾ। ਤੇ ਜੇ ਬੇਨਤੀਆਂ ਕੀਤੀਆਂ ਹੋਣਗੀਆਂ ਦਾਤਿਆ, ਇਹਨਾਂ ਕਰਮਾਂ ਦਾ ਹਿਸਾਬ ਕਿਤਾਬ ਕਰਕੇ, ਇਹਨਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਮੈਂ ਛੁੱਟਣਾ ਨਹੀਂ, ਤੂੰ ਬਖਸ਼ ਲਵੇਂ ਤੇ ਛੁੱਟ ਸਕਦਾ ਹਾਂ। ਜਿਵੇਂ ਉੱਤੇ ਵੀ ਕਹਿ ਆਏ ਨੇ ਨਾ, ਜਿਹਨਾਂ ਨੂੰ ਬਖਸ਼ ਲੈਂਦੇ ਹੋ ਮਹਾਰਾਜ, ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਂਦੇ ਜੰਮਾਂ ਦੇ। ਖੋਟੇ ਖਰੇ ਪਰਖੀਆਂ ਸਾਹਿਬ ਕੈ ਦੀਵਾਨ। ਮਹੱਲਾ ਪਹਿਲਾ। ਨਾਵਨ ਚੱਲੇ ਤੀਰਥੀ ਮਨ ਖੋਟਾ ਤਨ ਚੋਰ। ਕਹਿੰਦੇ ਵੇਖੋ ਬਈ ਤੀਰਥਾਂ ਤੇ ਨਹਾਉਣ ਚੱਲੇ ਆ, ਨਹਾਉਣ ਚੱਲੇ ਆ ਤੀਰਥਾਂ ਤੇ, ਮਨ ਖੋਟਾ ਤਨ ਚੋਰ। ਮਨ ਦੇ ਖੋਟੇ ਤੇ ਤਨ ਦੇ ਚੋਰ ਨੇ। ਤਨ ਨਾਲ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ, ਚੋਰ ਹੀ ਨੇ। ਜਿਹੜੇ ਸਰੀਰ ਨਾਲ ਕਦੇ ਕੋਈ ਭਲਾ ਨਹੀਂ ਕੀਤਾ ਕਿਸੇ ਦਾ, ਕੋਈ ਸੇਵਾ ਨਹੀਂ ਕੀਤੀ, ਪਰਉਪਕਾਰ ਨਹੀਂ ਕੀਤਾ। ਮਨ ਦੇ ਖੋਟੇ ਤੇ ਤਨ ਦੇ ਚੋਰ ਤੀਰਥ ਨਹਾਉਣ ਚੱਲਿਆ। ਵੇਖੋ ਕਿਹੋ ਜੀ ਹੈਰਾਨੀ ਦੀ ਬਾਤ। ਕਹਿੰਦੇ ਜੀ ਤੀਰਥ ਚ ਨਹਾਵਾਂਗੇ, ਹਰੇ ਹਰੇ ਗੰਗਾ ਕਹਾਂਗੇ ਤਾਂ ਸਾਡੇ ਪਾਪ ਕੱਟੇ ਜਾਣਗੇ, ਸਾਡੇ ਪਾਪ ਦੂਰ ਹੋ ਜਾਣਗੇ। ਪਰ ਜਿਹੜੇ ਬੱਜਰ ਪਾਪ ਨੇ ਸਜਣਾ ਕੀਤੇ ਹੋਏ, ਉਹ ਜਿਹੜੇ ਮਰਜੀ ਤੀਰਥ ਤੇ ਜਾ ਕੇ ਨਹਾ ਲੈ, ਨਹੀਂ ਉਤਰਨੇ। ਹਾਂਜੀ। ਇੱਕ ਭਾਉ ਲੱਥੀ ਨਾਤਿਆਂ, ਦੋਈ ਭਾ ਚੜੀਐਸ ਹੋਰ। ਕਹਿੰਦੇ ਇੱਕ ਹਿੱਸਾ ਤਾਂ ਲੈ ਗਈ ਮੈਲ, ਯਾਨੀ ਕਿ ਸਰੀਰ ਤਾਂ ਧੋ ਕੇ ਸਾਫ਼ ਕਰ ਲਿਆ ਤੀਰਥ ਦੇ ਉੱਤੇ, ਉਹ ਤਾਂ ਲੈ ਗਈ ਮੈਲ। ਪਰ ਦੋ ਭਾਗ ਜਿਹੜੀ ਪਾਪ ਕਰਮਾਂ ਦੀ ਮੈਲ ਸੀ ਹੰਕਾਰ ਦੀ, ਉਹ ਹੋਰ ਚੜ ਗਈ ਵੀ ਮੈਂ ਤੀਰਥ ਇਸ਼ਨਾਨ ਕਰ ਲਿਆ। ਹੰਕਾਰ। ਮੈਂ 11 ਵਾਰੀ ਜਾਇਆ ਹੇਮਕੁੰਡ ਸਾਹਿਬ ਦੀ ਯਾਤਰਾ, ਤੇ ਰੱਬ ਦਾ ਸ਼ੁਕਰ ਹੈ ਵੀ ਇੱਕ ਵਾਰ ਵੀ ਮੈਨੂੰ ਕੁਆਂਡੀ ਨਹੀਂ ਕਰਨੀ ਪਈ, ਖੱਚਰ ਤੇ ਬਹਿ ਕੇ ਨਹੀਂ ਜਾਣਾ ਪਿਆ, ਪੈਦਲ ਚੜ ਕੇ ਗਿਆ। ਆ ਜਾਂਦਾ ਨਾ ਹੰਕਾਰ, ਇਹਨੂੰ ਕੀ ਕਹਾਂਗੇ ਆਪਾਂ? ਹਉਮੈ ਹੀ ਆ ਨਾ। ਮੈਂ ਇੰਨੀ ਵਾਰ ਫਲਾਣੀ ਥਾਂ ਤੇ ਜਾਇਆ, ਇੰਨੀ ਵਾਰ ਫਲਾਣੇ ਤੀਰਥ ਤੇ ਨਹਾ ਲਿਆ,
ਗਿਣਤੀਆਂ ਮਿਣਤੀਆਂ 'ਚ ਇੰਨੀ ਵਾਰੀ ਇਹ ਕੰਮ ਕਰ ਲਿਆ। ਉਹ ਕਹਿੰਦੇ ਇੱਕ ਹਿੱਸਾ ਲਾਈ ਸੀ ਮੈਲ ਤੇ 2 ਹਿੱਸੇ ਹੋਰ ਚਾੜ ਲਈ। ਆਮ ਕਰਕੇ ਤੀਰਥਾਂ ਤੇ ਜਾ ਕੇ ਜਦੋਂ ਲੋਕ ਤੀਰਥਾਂ ਤੇ ਪਹੁੰਚਿਆ, ਤੀਰਥ ਮਾੜੇ ਨਹੀਂ, ਉੱਥੇ ਵੀ ਰੱਬ ਦਾ ਸਿਮਰਨ ਭਜਨ ਵਾਲੇ ਲੋਕ ਰਹਿੰਦੇ ਐ। ਤੀਰਥਾਂ ਤੇ ਜਾਣ ਵਾਲੇ ਕਿਸ ਨੇਚਰ ਨਾਲ, ਕਿਸ ਬਿਰਤੀ ਨਾਲ ਜਾ ਰਹੇ ਨੇ, ਗੱਲ ਉਹਦਾ ਉਹ ਨਿਰਭਰ ਹੈ। ਉੱਥੇ ਗੱਲ ਨਿਰਭਰ ਹੁੰਦੀ ਹੈ ਕਿ ਉਹਨਾਂ ਤੀਰਥਾਂ ਤੇ ਜਾ ਕੇ ਬਦਫੈਲੀਆਂ ਕਰਦੇ ਨੇ। ਜਿਹੜੇ ਧਰਮ ਸਥਾਨ ਨੇ ਉਹ ਧਰਮ ਸਥਾਨ ਯਾਤਰਾ ਵਾਸਤੇ ਨੇ, ਨਾ ਕਿ ਸੈਰ ਸਪਾਟੇ ਵਾਸਤੇ ਹੁੰਦੇ। ਉੱਥੇ ਜਾ ਕੇ ਸਾਹਿਬ ਦੇ ਭੈ 'ਚ ਰਹਿਣਾ ਚਾਹੀਦਾ। ਕਿਤੇ ਵੀ ਜਾਓ, ਕਿਸੇ ਵੀ ਧਰਮ ਸਥਾਨ ਤੇ, ਕੋਈ ਹਿੰਦੂ ਜਾਂਦਾ ਹੈ, ਕੋਈ ਮੁਸਲਮਾਨ ਜਾਵੇ ਆਪਣੇ ਸਥਾਨਾਂ ਦੇ ਉੱਤੇ, ਸਿੱਖ ਜਾਣ, ਸਭ ਤੀਰਥ ਨੇ। ਪਰ ਉੱਥੇ ਜਾ ਕੇ ਧਰਮ ਸਥਾਨਾਂ ਦੇ ਉੱਤੇ ਬਦਫੈਲੀਆਂ ਕਰਨੀਆਂ, ਹੁੱਲੜਬਾਜ਼ੀਆਂ ਕਰਨੀਆਂ। ਆ ਮੁੜੇ ਖੁੜੇ ਜਾਂਦੇ ਆ ਜਦੋਂ ਇਹਨਾਂ ਸਥਾਨਾਂ ਦੇ ਉੱਤੇ, ਤੇ ਕਿਹੋ ਜਿਹੀਆਂ ਹੁੱਲੜਬਾਜ਼ੀਆਂ ਕਰਦੇ ਜਾਂਦੇ। ਇਹ ਯੋਗ ਨਹੀਂ ਹੈ। ਕਲਗੀਧਰ ਪਾਤਸ਼ਾਹ ਜੀ ਕਪਾਲ ਮੋਚਨ ਆਏ, ਕਹਿੰਦੇ ਜੀ ਉੱਥੇ ਮੇਲਾ ਹੈ। ਕੱਤਕ ਦੀ ਪੂਰਨਮਾਸ਼ੀ ਸੀ। ਮਹਾਰਾਜ ਜੀ ਕਹਿੰਦੇ ਚਲੋ ਆਪਾਂ ਗੁਰੂ ਨਾਨਕ ਸਾਹਿਬ ਦਾ ਉੱਥੇ ਸਥਾਨ ਹੈ, ਪੌਂਟਾ ਸਾਹਿਬ ਤੋਂ ਮਹਾਰਾਜ ਜੀ ਚੱਲੇ ਤੇ ਆਪਾਂ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਉੱਥੇ ਬਣਾਵਾਂਗੇ ਕਪਾਲ ਮੋਚਨ। ਉੱਥੇ ਜਦੋਂ ਆਏ ਤੇ ਜਿਹੜੇ ਉੱਥੇ ਸਰੋਵਰ ਸੀ, ਕਪਾਲ ਮੋਚਨ, ਰਿਣ ਮੋਚਨ, 2-3 ਸਰੋਵਰ ਨੇ ਉੱਥੇ। ਉੱਥੇ ਲੋਕਾਂ ਨੇ ਗੰਦ ਪਾਇਆ ਹੋਇਆ ਸਰੋਵਰਾਂ ਦੇ ਕੰਢਿਆਂ ਤੇ। ਕੋਈ ਉੱਥੇ ਪਿਸ਼ਾਬ ਕਰੀ ਜਾਵੇ ਕੰਢਿਆਂ ਤੇ ਕੋਈ ਮਲ ਤਿਆਗੀ ਜਾਵੇ, ਉੱਥੇ ਹੀ ਨਹਾਈ ਜਾਣ, ਉੱਥੇ ਹੀ ਗੰਦ ਪਾਈ ਜਾਣ। ਮਹਾਰਾਜ ਜੀ ਕਹਿੰਦੇ ਚੰਗੇ ਲੋਕ ਨੇ, ਨਾਲੇ ਕਹਿੰਦੇ ਸਾਡੇ ਤੀਰਥ ਨੇ, ਇੱਥੇ ਗੰਦ ਪਾਇਆ ਹੋਇਆ ਇਹਨਾਂ। ਕਲਗੀਧਰ ਜੀ ਨੇ ਹੁਕਮ ਕੀਤਾ, ਫੌਜਾਂ ਦੀ ਡਿਊਟੀ ਲਾ ਦਿੱਤੀ ਵੀ ਜਿਹੜਾ ਤਲਾਬਾਂ ਦੇ ਕੰਢਿਆਂ ਦੇ ਉੱਤੇ ਤੁਹਾਨੂੰ ਕੋਈ ਪਿਸ਼ਾਬ ਕਰਦਾ ਜਾਂ ਕੋਈ ਮਾੜੀ ਕਿਰਿਆ ਕਰਦਾ ਨਜ਼ਰ ਆਵੇ, ਮਾਰ ਕੇ ਗਿੱਚੀ ਤੇ 5-4 ਲਫੇੜੇ ਤੇ ਉਹਦੇ ਸਿਰੋਂ ਪੱਗ ਲਾ ਲਿਓ, ਤੇ ਨਾਲੇ ਉਹਨੂੰ ਦੱਸ ਦਿਓ ਵੀ ਤੂੰ ਇਹ ਪੱਗ ਬੰਨਣ ਦਾ ਹੱਕਦਾਰ ਨਹੀਂ। ਕਿਉਂਕਿ ਪੱਗ ਕੱਲੇ ਸਿੱਖ ਹੀ ਨਹੀਂ ਸਨ ਬੰਨਦੇ, ਹੋਰ ਮਜ਼ਹਬਾਂ ਦੇ ਲੋਕ ਵੀ ਬੰਨਦੇ ਆ। ਤਾਂ ਉਸ ਵਕਤ ਸਿੰਘਾਂ ਨੇ ਇਸੇ ਤਰ੍ਹਾਂ ਕੀਤਾ। ਜਿਹੜਾ ਕੋਈ ਉੱਥੇ ਤੀਰਥ ਦੇ ਕਿਨਾਰੇ ਤੇ ਕੋਈ ਸਰੀਰਕ ਕਿਰਿਆ ਕਰਦਾ ਨਜ਼ਰ ਆਵੇ ਜਾਂ ਕੋਈ ਬਦਫੈਲੀ, ਸਿੰਘਾਂ ਨੇ ਮਾਰ-ਮਾਰ ਥਪੇੜੇ, ਨਾਲੇ ਉਹਨਾਂ ਨੂੰ ਸਜ਼ਾ ਦਿੱਤੀ, ਨਾਲੇ ਉਹਨਾਂ ਦੇ ਸਿਰਾਂ ਤੋਂ ਪੱਗਾਂ ਲਾਹ ਕੇ, ਤੇ ਪੱਗਾਂ ਇਕੱਠੀਆਂ ਤਕਰੀਬਨ 1000 ਪੱਗ ਇਕੱਠੀ ਹੋ ਗਈ। ਮਹਾਰਾਜ ਜੀ ਨੂੰ ਕਹਿਣ ਲੱਗੇ ਸਤਿਗੁਰੂ ਜੀ 1000 ਪੱਗਾਂ ਆ ਗਈਆਂ। ਲੋਕਾਂ ਵਿੱਚ ਰੌਲਾ ਪਿਆ, ਫਿਰ ਨਾਲੇ ਸ਼ਰਮਿੰਦਾ ਵੀ ਹੋਏ, ਗੁਰੂ ਸਾਹਿਬ ਦੇ ਚਰਨਾਂ 'ਚ ਆਏ ਕਿ ਅਸੀਂ ਇਹ ਮਾੜਾ ਕੰਮ ਕੀਤਾ। ਪਾਤਸ਼ਾਹ ਕਹਿੰਦੇ ਤੁਸੀਂ ਤੀਰਥਾਂ ਤੇ ਆਏ ਹੋ ਆਪਣੀ ਮੈਲ ਧੋਣ ਵਾਸਤੇ ਕਿ ਮੈਲ ਪਾਉਣ ਵਾਸਤੇ ਆਏ ਹੋ? ਇੱਥੇ ਗੰਦ ਪਾਣ ਆਏ ਹੋ ਤੁਸੀਂ? ਇਹਨਾਂ ਦੀ ਮਰਿਆਦਾ ਰੱਖਣੀ, ਇਹਨਾਂ ਤੀਰਥਾਂ ਦੀ ਸਾਫ਼ ਸਫਾਈ ਰੱਖਣ ਦਾ ਤੁਹਾਡਾ ਜ਼ਿੰਮਾ ਨਹੀਂ ਹੈ? ਇਹ ਕਲਗੀਧਰ ਦੇ ਇਤਿਹਾਸ ਵਿੱਚ ਬਚਨ ਆਉਂਦਾ। ਆਮ ਕਰਕੇ ਤੀਰਥਾਂ ਤੇ ਜਾ ਕੇ ਲੋਕ ਬਦਫੈਲੀਆਂ ਕਰਕੇ ਪਾਪ ਤਾਂ ਕੀ ਲਾਉਣੇ ਸੀ, ਸਗੋਂ ਹੋਰ ਪਾਪ ਚਾੜ ਕੇ ਆ ਜਾਂਦੇ ਆ। ਅਭਿਮਾਨ ਹੀ ਲੈ ਆਉਣਗੇ, ਹੰਕਾਰ ਹੀ ਲੈ ਆਉਣਗੇ ਵੀ ਕਹਿੰਦੇ ਇੱਕ ਸਰੀਰ ਮਾੜਾ ਜਾਂ ਨਿਰਮਲ ਕੀਤਾ ਹੈ ਤੇ ਨਾਲ ਹੀ ਦੂਸਰੇ ਪਾਸੇ ਪਾਪ ਕਰਮਾਂ ਦੀ ਜਿਹੜੀ ਹੋਰ ਕਰਮਾਂ ਦੀ ਮੈਲ ਹੈ ਉਹ ਆਪਣੇ ਤੇ ਚਾੜ ਕੇ ਤੇ ਵਾਪਸ ਮੁੜ ਆਇਆ। ਕਹਿੰਦੇ ਬੰਦਾ ਬੜਾ ਚਲਾਕ ਹੈ, ਪਾਪ ਕਰਦਾ, ਕਹਿੰਦਾ ਚਲੋ ਗੰਗਾ ਜਾ ਕੇ ਚੁੱਭੀ ਲਾਵਾਂਗੇ ਤੇ ਪਾਪ ਦੂਰ ਹੋ ਜਾਏਗਾ। ਚੁੱਭੀ ਲਾਉਂਦਾ ਤੇ ਚੁੱਭੀ ਲਾਉਣ ਵੇਲੇ ਜਦੋਂ ਗੰਗਾ ਤੇ ਪਹੁੰਚਦਾ ਨਾ, ਪਾਪ ਇਹਦੇ ਨਾਲੋਂ ਵੀ ਜ਼ਿਆਦਾ ਚਲਾਕ ਹੋ ਗਏ ਨੇ। ਉਹ ਪਹਿਲਾਂ ਹੀ ਇਹਨੂੰ ਛੱਡ ਕੇ ਗੰਗਾ ਦੇ ਕਿਨਾਰੇ ਪਈਆਂ ਝਾੜੀਆਂ 'ਚ ਲੁਕ ਜਾਂਦਾ। ਇਹ ਜਾਂਦਾ ਵੀ ਮੇਰੇ ਹੁਣ ਪਾਪ ਲੱਥ ਗਏ ਨੇ। ਬਾਹਰ ਆਉਂਦਾ, ਉਹ ਨਾਲ ਪਾਪ ਜਿਹੜਾ ਪਹਿਲਾਂ ਬਾਹਰ ਪਿਆ ਹੁੰਦਾ ਝਾੜਾਂ ਵਿੱਚ, ਉਹ ਆਪਣੇ ਨਾਲ ਹੋਰ ਇਕੱਠੇ ਕਰਕੇ ਇਹਨੇ ਤੇ ਆ ਚੜਦਾ ਵੀ ਸੱਜਣਾ ਜੇ ਤੂੰ ਚਲਾਕ ਹੈ ਤਾਂ ਅਸੀਂ ਵੀ ਤੇਰੇ ਤੋਂ ਵੱਧ ਚਲਾਕ ਹਾਂ। ਇਹ ਵਿਅੰਗ ਹੈ, ਪਰ ਇਸ ਵਿਅੰਗ ਦੇ ਵਿੱਚ ਵੀ ਬੜਾ ਸੁੰਦਰ ਸੰਕੇਤ ਹੈ ਕਿ ਭਾਈ ਤੀਰਥਾਂ ਤੇ ਜਾ ਕੇ ਇੱਕ ਹਿੱਸਾ ਮੈਲ ਲਾਈ, ਪਰ 2 ਹਿੱਸੇ ਹੋਰ ਮੈਲ ਸਰੀਰ ਤੇ ਚਾੜ ਲਈ। ਬਾਹਰ ਧੋਤੀ ਤੂਮੜੀ
ਅੰਦਰ ਵਿਸ ਨਿਕੋਰ। ਕੋੜ ਤੁੰਮੀ ਹੁੰਦੀ ਹੈ, ਕਹਿੰਦੇ ਬਾਹਰੋਂ ਤੁੰਮੀ ਧੋ ਲਈ, ਤੀਰਥਾਂ ਵਿੱਚ ਇਸ਼ਨਾਨ ਕਰਾ ਲਿਆ, ਪਰ ਅੰਦਰ ਉਹਦੇ ਜ਼ਹਿਰ ਭਰਿਆ ਹੋਇਆ। ਕਬੀਰ ਜੀ ਮਹਾਰਾਜ ਜੀ ਨੂੰ ਇੱਕ ਦਿਨ ਉਹਨਾਂ ਦੇ ਨਾਲ ਦੇ ਸੰਗੀ ਕਹਿੰਦੇ, ਕਬੀਰ ਜੀ ਅਸੀਂ ਤੀਰਥ ਇਸ਼ਨਾਨ ਤੇ ਚੱਲੇ ਹਾਂ, ਚਲੋ ਸਾਡੇ ਨਾਲ ਚੱਲੋ, 68 ਤੀਰਥਾਂ ਦੇ ਇਸ਼ਨਾਨ ਕਰ ਆਈਏ। ਕਬੀਰ ਜੀ ਮਹਾਰਾਜ ਜੀ ਕਹਿੰਦੇ ਵੀ ਮੇਰਾ ਥੋੜੇ ਜਿਹੇ ਰੁਝੇਵੇਂ ਵੱਧ ਹੁੰਦੇ ਆ, ਸਮਾਂ ਨਹੀਂ ਹੈ। ਏਦਾਂ ਕਰੋ ਵੀ ਤੁਸੀਂ ਆ ਮੇਰੀ ਤੁੰਮੀ ਆ ਇਹ ਲੈ ਜਾਓ, ਜਿੱਥੇ ਇਸ਼ਨਾਨ ਕਰਿਆ ਕਰੋਗੇ ਉੱਥੇ ਇਹਨੂੰ ਵੀ ਇਸ਼ਨਾਨ ਕਰਾ ਦਿਆ ਕਰਿਓ ਨਾਲ ਹੀ, ਤੇ ਰੱਖਿਓ ਪਾਣੀ 'ਚ ਵੀ ਸੁੱਕੇ ਨਾ। ਉਹਨਾਂ ਨੇ ਤੁੰਮੀ ਲਈ ਤੇ ਹੈਰਾਨ ਵੀ ਹੋਏ ਵੀ ਇਹ ਤੁੰਮੜੀ ਜਿਹੜੀ ਹੈ ਇਹ ਕਬੀਰ ਜੀ ਨੇ ਕਿਵੇਂ ਦਿੱਤੀ ਹੈ। ਜਿੱਥੇ ਨਹਾਇਆ ਕਰਨ ਉੱਥੇ ਕਬੀਰ ਜੀ ਦੀ ਉਹ ਜਿਹੜੀ ਤੁੰਮੜੀ ਸੀ ਉਹ ਵੀ ਉਹਨੂੰ ਵੀ ਇਸ਼ਨਾਨ ਕਰਾ ਦਿਆ ਕਰਨ। ਪਾਣੀ 'ਚ ਰਹਿਣ ਕਰਕੇ ਉਹ ਹਰੀ ਰਹੀ, ਤੀਰਥ ਇਸ਼ਨਾਨ ਕਰਕੇ ਵਾਪਸ ਆਏ। ਕਬੀਰ ਜੀ ਕਹਿੰਦੇ ਉਹ ਬੜੇ ਵੱਡੇ ਭਾਗ ਤੁਹਾਡੇ, ਤੁਸੀਂ ਤੀਰਥ ਨਹਾ ਕੇ ਆਏ ਹੋ, ਬੈਠੋ ਮੈਂ ਅੱਜ ਤੁਹਾਨੂੰ ਭੋਜਨ ਛਕਾਉਣਾ। ਲੰਗਰ ਪ੍ਰਸ਼ਾਦਾ ਤਿਆਰ ਕਰਵਾ ਕੇ ਸਭ ਨੂੰ ਛਕਾਇਆ ਤੇ ਜਿਹੜੀ ਤੁੰਮੜੀ ਸੀ ਮਾਈ ਲੋਈ ਨੂੰ ਕਿਹਾ ਭਾਗਵਾਨ ਨੇ ਇਹਦੀ ਚਟਣੀ ਕੁੱਟ ਦੇ। ਹੁਣ ਉਹ ਕੁੜੱਤਣ ਭਰੀ ਹੁੰਦੀ ਆ, ਉਹਨੇ ਚਟਣੀ ਕੁੱਟ ਦਿੱਤੀ ਤੇ ਬਾਅਦ ਚ ਪਾ ਕੇ ਕੋਲੀ ਚ ਕਬੀਰ ਜੀ ਲੈ ਆਏ। ਪਹਿਲਾਂ ਵਧੀਆ ਵਧੀਆ ਖੀਰ ਪਕਵਾਨ ਖਵਾ ਕੇ ਤੇ ਕਹਿੰਦੇ ਵੀ ਆਹ ਪ੍ਰਸ਼ਾਦ ਵੀ ਛਕੋ ਸਾਰੇ। ਬਾਅਦ ਵਿੱਚ ਉਹ ਅੱਧਾ ਅੱਧਾ ਚਮਚ ਸਾਰਿਆਂ ਦੀ ਥਾਲੀ ਵਿੱਚ ਜਿਹੜੀ ਉਹ ਤੁੰਬੜੀ ਦੀ ਚਟਣੀ ਕੁੱਟੀ ਸੀ ਪਾ ਦਿੱਤੀ। ਜਦੋਂ ਉਹਨਾਂ ਨੇ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਕੀ ਚੀਜ਼ ਹੈ। ਕਬੀਰ ਜੀ ਨੇ ਤੇ ਕਿਹਾ ਵੀ ਪ੍ਰਸ਼ਾਦ ਹੈ, ਪਵਿੱਤਰ ਚੀਜ਼ ਹੈ। ਜਦੋਂ ਸਾਰਿਆਂ ਨੇ ਛਕੀ ਤੇ ਜੋ ਪਹਿਲਾਂ ਛਕਿਆ ਸੀ ਉਹ ਵੀ ਬਾਹਰ ਆਉਣ ਨੂੰ ਫਿਰ ਕੁੜੱਤਣ ਦੇ ਨਾਲ ਮੂੰਹ ਭਰ ਗਏ। ਕਹਿੰਦੇ ਕਬੀਰ ਜੀ ਚੰਗਾ ਮਖੌਲ ਕੀਤਾ ਤੁਸੀਂ। ਕਹਿੰਦੇ ਤੁਸੀਂ ਨਹੀਂ ਕੀਤਾ ਮਖੌਲ, ਰੱਬ ਦੇ ਨਾਲ ਲੋਗਨ ਰਾਮ ਖਿਲਾਉਣਾ ਜਾਨਾ, ਤੁਸੀਂ ਨਹੀਂ ਮਖੌਲ ਕਰਦੇ ਰੱਬ ਨਾਲ। ਜਿਹੜੀ ਤੁੰਬੜੀ ਨੂੰ ਤੁਸੀਂ ਇਸ਼ਨਾਨ ਕਰਾ ਕੇ ਲਿਆਏ ਹੋ 68 ਤੀਰਥਾਂ ਵਿੱਚ ਚੁੱਭੇ ਲਵਾਏ ਨੂੰ ਹਾਲੇ ਵੀ ਕੌੜੀ ਹੈ, ਉਹ ਮਿੱਠੀ ਨਹੀਂ ਹੋਈ। ਕਹਿਣ ਲੱਗੇ ਜੀ ਉਹ ਕਦੇ ਕਿਵੇਂ ਮਿੱਠੀ ਹੋ ਸਕਦੀ ਸੀ। ਕਹਿੰਦੇ ਜੀ ਫਿਰ ਤੁਹਾਡੇ ਪਾਪ ਕਿਵੇਂ ਧੋਤੇ ਗਏ ਜੇ ਤੁਸੀਂ ਆਪਣੇ ਹਿਰਦੇ 'ਚ ਸ਼ੁੱਧ ਭਾਵ ਹੀ ਨਹੀਂ ਧਾਰਨ ਕੀਤੇ। ਜਗਤ ਗੁਰੂ ਬਾਬਾ ਜੀ ਇੱਥੇ ਕਹਿ ਰਹੇ ਨੇ ਕਿ ਤੁੰਬੜੀ ਬਾਹਰੋਂ ਧੋਵੋ ਪਰ ਉਹਦੇ ਅੰਦਰ ਜ਼ਹਿਰ ਤੇ ਜਿਹੜਾ ਕੁੜੱਤਣ ਹੈ ਉਹ ਭਰੀ ਹੁੰਦੀ ਹੈ। ਸਾਧ ਭਲੇਆਣ ਨਾਤਿਆਂ ਚੋਰ ਸੇ ਚੋਰਾ ਚੋਰ। ਜਿਹੜੇ ਸਾਧ ਨੇ ਉਹ ਤਾਂ ਅਣਨਾਤੇ ਹੀ ਭਲੇ ਨੇ। ਸਾਧ ਭਲੇ ਅਣਨਾਤਿਆਂ, ਉਹਨਾਂ ਨੂੰ ਨਹਾਣ ਦੀ ਲੋੜ ਹੀ ਨਹੀਂ ਕਿਸੇ ਤੀਰਥ ਵਿੱਚ, ਉਹ ਤਾਂ ਉਦਾਂ ਹੀ ਪਵਿੱਤਰ ਹੋ ਗਏ ਨੇ। ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਉਹ ਤਾਂ ਉਦਾਂ ਹੀ ਹੋ ਗਏ ਪਵਿੱਤਰ। ਇਹਦਾ ਮਤਲਬ ਇਹ ਨਹੀਂ ਵੀ ਸਾਧੂ ਨਹਾਉਂਦੇ ਨਹੀਂ, ਇਸ਼ਨਾਨ ਨਹੀਂ ਕਰਦੇ। ਉਹ ਕਹਿੰਦੇ ਉਹਨਾਂ ਨੂੰ ਤੀਰਥ ਨਹਾਉਣ ਦੀ ਲੋੜ ਨਹੀਂ ਰਹਿ ਜਾਂਦੀ ਜਿਹੜੇ ਸਾਧੂ ਨੇ। ਆਮ ਕਰਕੇ ਬਹੁਤੇ ਜਿਹੜੇ ਦਲਿੱਦਰੀ ਲੋਕ ਹੁੰਦੇ ਨਾ, ਆਲਸੀ, ਉਹ ਇਹ ਪੰਕਤੀ ਪੜ੍ਹਦੇ ਹੁੰਦੇ ਆ। ਜੇ ਸਿਆਲਾਂ ਦੇ ਦਿਨਾਂ 'ਚ ਉਹਨਾਂ ਨੂੰ ਕਹੋ ਨਾ ਵੀ ਇਸ਼ਨਾਨ ਕਰ ਲੋ, ਅੱਗੋਂ ਕਹਿੰਦੇ ਸਾਧ ਭਲੇ ਅਣਨਾਤਿਆਂ ਜੀ, ਅਸੀਂ ਤਾਂ ਸਾਧ ਹੁੰਨੇ ਆ, ਸਾਨੂੰ ਨਹੀਂ ਨਹਾਉਣ ਦੀ ਲੋੜ। ਦਲਿੱਦਰੀਆਂ ਨੇ ਪੰਕਤੀ ਫੜੀ ਹੁੰਦੀ ਆਪਣੇ ਮਤਲਬ ਮੁਤਾਬਕ। ਐਸਾ ਨਹੀਂ ਵੀ ਸਾਧੂ ਇਸ਼ਨਾਨ ਨਹੀਂ ਕਰਦੇ, ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਤੀਰਥ ਨਹਾਉਣ ਦੀ ਲੋੜ ਨਹੀਂ ਰਹਿ ਜਾਂਦੀ, ਉਹ ਆਪ ਹੀ ਤੀਰਥ ਹੋ ਜਾਂਦੇ ਨੇ। ਉਹ ਤਾਂ ਆਪ ਹੀ ਤੀਰਥ ਹੋ ਗਏ। ਇਸ ਕਰਕੇ ਚੋਰ ਸੇ ਚੋਰਾ ਚੋਰ, ਜਿਹੜੇ ਚੋਰ ਨੇ ਉਹ ਜੇ ਨਹਾ ਵੀ ਲੈਣ ਜਾ ਕੇ ਤੀਰਥ ਵਿੱਚ ਤੇ ਚੋਰ ਹੀ ਰਹਿੰਦੇ ਆ। ਇਹ ਨਹੀਂ ਵੀ ਉੱਥੇ ਜਾ ਕੇ ਨਹਾ ਕੇ ਉਹਨਾਂ ਨੇ ਸਾਧ ਹੋ ਜਾਣਾ। ਜੇ ਉਹ ਨਹਾਣਗੇ ਵੀ ਤੀਰਥਾਂ ਵਿੱਚ ਤੇ ਚੋਰਾਂ ਨੇ ਜਾ ਕੇ ਉੱਥੇ ਵੀ ਚੋਰ ਰਹਿਣਾ। ਬਗਲਾ ਭਾਵੇਂ ਗੰਗਾ ਦੇ ਵਿੱਚ ਚੁੱਭਾ ਲਾ ਲਵੇ ਨਾ, ਉਹਨੇ ਫਿਰ ਵੀ ਬਗਲਾ ਹੀ ਰਹਿਣਾ, ਹੰਸ ਨਹੀਂ ਹੋ ਜਾਣਾ। ਹਾਂਜੀ। ਪੌੜੀ ਆਪੇ ਹੁਕਮ ਚਲਾਏਂਦਾ ਜਗਤ ਅੰਦਰ ਲਾਇਆ। ਆਪ ਹੀ ਪਰਮੇਸ਼ਰ ਨੇ ਹੁਕਮ ਚਲਾਇਆ ਤੇ ਸਾਰੇ ਜਗਤ ਨੂੰ ਧੰਦਿਆਂ ਚ ਲਾਇਆ ਹੋਇਆ। ਇੱਕ ਆਪੇ ਹੀ ਆਪ ਲਾਇਣ ਗੁਰ ਤੇ ਸੁਖ ਪਾਇਆ। ਇੱਕ ਨਾ ਨੂੰ ਆਪ ਹੀ ਵਾਹਿਗੁਰੂ ਨੇ ਆਪਣੇ ਨਾਲ ਜੋੜਿਆ ਔਰ ਗੁਰੂ ਤੋਂ ਉਹਨਾਂ ਨੇ ਸੁਖ ਪ੍ਰਾਪਤ ਕੀਤਾ। ਤਹਿੰਦੇ ਸੇ ਇਹੋ ਮਨ ਤਾਮ ਦਾ ਗੁਰ ਠਾਕ ਰਹਾਇਆ। ਦਸਾਂ ਦਿਸ਼ਾਵਾਂ 'ਚ ਭਜਦੇ ਹੋਏ ਇਸ ਮਨ ਨੂੰ ਮੇਰੇ ਗੁਰੂ ਨੇ ਰੋਕ ਕੇ ਮੇਰੇ ਹਿਰਦੇ 'ਚ ਇਕਾਗਰ ਕਰ ਦਿੱਤਾ। ਨਾਵੇਂ ਨੋ ਸਭ ਲੋਚਦੀ ਗੁਰਮਤੀ ਪਾਇਆ। ਨਾਮ ਨੂੰ ਸਾਰੀ ਲੁਕਾਈ ਲੋਚਦੀ ਹੈ, ਪਰ ਗੁਰੂ ਦੀ ਮੱਤ ਵਾਲਿਆਂ ਨੇ ਹੀ
ਨਾਮ ਦੀ ਦਾਤ ਪ੍ਰਾਪਤ ਕੀਤੀ ਹੈ। ਤੁਰ ਲਿਖਿਆ ਮੇਟ ਨਾ ਸਕੀਆ, ਜੋ ਹਰ ਲਿਖ ਪਾਇਆ। ਜੋ ਦਰਗਾਹ ਤੋਂ ਪਰਮੇਸ਼ਰ ਨੇ ਲੇਖ ਪਾਏ ਨੇ ਨਾ, ਉਹ ਮਿਟ ਨਹੀਂ ਸਕਦੇ। ਜੋ ਲੇਖ ਲਿਖ ਦਿੱਤੇ ਨੇ ਨਿਰੰਕਾਰ ਨੇ, ਉਹਦੇ ਮੁਤਾਬਕ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਸਹਿਬ ਥਾਏ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।